ਅੱਜ ਦੇ ਇਸ ਖਾਸ ਇਤਿਹਾਸਿਕ ਵਿਸ਼ਲੇਸ਼ਣ ਵਿੱਚ ਸਭ ਦਾ ਸਵਾਗਤ ਹੈ। ਇੱਕ ਰਾਜਨੀਤਿਕ ਇਤਿਹਾਸਕਾਰ ਦੇ ਨਜ਼ਰੀਏ ਤੋਂ ਆਪਾਂ 18ਵੀਂ ਸਦੀ ਦੇ ਪੰਜਾਬ ਦੇ ਇੱਕ ਬਹੁਤ ਹੀ ਰੋਮਾਂਚਕ ਸਫ਼ਰ ਤੇ ਚੱਲਣ ਵਾਲੇ ਹਾਂ। ਖਾਸ ਕਰਕੇ ਉਹਨਾਂ ਉਮੀਦਵਾਰਾਂ ਲਈ ਜੋ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੇ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਇੱਕ ਪ੍ਰਭੂ ਸੱਤਾ ਸੰਪੰਨ ਤਾਕਤ ਵਜੋਂ ਕਿਵੇਂ ਉੱਭਰਿਆ। ਸੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ। ਆਪਾਂ ਅੱਜ ਦੇ ਇਸ ਸੈਸ਼ਨ ਨੂੰ ਇਮਤਿਹਾਨ ਦੀ ਤਿਆਰੀ ਲਈ ਇੱਕ ਮਾਸਟਰ ਕਲਾਸ ਵਾਂਗ ਲੈ ਕੇ ਚੱਲਾਂਗੇ। ਫਟਾਫਟ ਏਜੰਡੇ ਤੇ ਨਜ਼ਰ ਮਾਰ ਲੈਂਦੇ ਹਾਂ। ਪਹਿਲਾਂ ਅਫਗਾਨ ਹਮਲਿਆਂ ਦਾ ਵਿਸ਼ਲੇਸ਼ਣ, ਫਿਰ ਦਲ ਖਾਲਸਾ ਦਾ ਜਨਮ, ਸਿੱਖ ਲੋਕਤੰਤਰੀ ਢਾਂਚਾ, 12 ਸੁਤੰਤਰ ਮਿਸਲਾਂ, ਪ੍ਰਮੁੱਖ ਮਿਸਲਾਂ ਦੀ ਤੁਲਨਾ ਅਤੇ ਅਖੀਰ ਵਿੱਚ ਬਚਾਅ ਤੋਂ ਲੈ ਕੇ ਸਾਮਰਾਜ ਤੱਕ ਦਾ ਸਫ਼ਰ। ਸੋ ਭਾਗ ਪਹਿਲਾ, ਅਫਗਾਨ ਹਮਲਿਆਂ ਦਾ ਵਿਸ਼ਲੇਸ਼ਣ। ਉਸ ਦੌਰ ਦੀ ਰਾਜਨੀਤੀ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਬਿਮਾਰੀ ਦੀ ਜੜ ਯਾਨੀ ਕਿ ਪੱਛਮ ਵੱਲੋਂ ਹੋਣ ਵਾਲੇ ਲਗਾਤਾਰ ਹਮਲਿਆਂ ਨੂੰ ਸਮਝਣਾ ਪੈਣਾ ਹੈ। ਇੱਥੇ ਇੱਕ ਬਹੁਤ ਹੀ ਕਲਾਸਿਕ ਇਮਤਿਹਾਨੀ ਸਵਾਲ ਸਾਹਮਣੇ ਆਉਂਦਾ ਹੈ। 1747 ਤੋਂ ਲੈ ਕੇ 1767 ਤੱਕ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲੇ ਹੋ ਰਹੇ ਸਨ, ਤਾਂ ਪੰਜਾਬ ਨੂੰ ਬਚਾਉਣ ਲਈ ਕਿਹੜੀਆਂ ਫੌਜੀ ਰਣਨੀਤੀਆਂ ਵਰਤੀਆਂ ਗਈਆਂ? ਆਓ ਦੇਖਦੇ ਹਾਂ। ਬਿਲਕੁਲ ਸਹੀ ਪਹਿਚਾਣਿਆ। ਜਵਾਬ ਹੈ ਗੁਰੀਲਾ ਯੁੱਧ ਯਾਨੀ ਕਿ ਛਾਪਾਮਾਰ ਜੰਗ। ਅਬਦਾਲੀ ਦੇ 8 ਵੱਡੇ ਹਮਲਿਆਂ ਦਾ ਸਾਹਮਣਾ ਇਸੇ ਤਰੀਕੇ ਨਾਲ ਕੀਤਾ ਗਿਆ। ਦਰਅਸਲ 1747 ਵਿੱਚ ਉਸਦੇ ਪਹਿਲੇ ਹੀ ਹਮਲੇ ਨੂੰ ਸਿੱਖਾਂ ਨੇ ਇਸੇ ਰਣਨੀਤੀ ਨਾਲ ਨਾਕਾਮ ਕਰ ਦਿੱਤਾ ਸੀ ਤੇ ਉਸਦੇ ਲੁੱਟ-ਮਾਰ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਸੀ। ਹੁਣ ਇਹ ਟਾਈਮਲਾਈਨ ਬਿਲਕੁਲ ਰੱਟਣ ਵਾਲੀ ਹੈ। ਇਮਤਿਹਾਨ ਲਈ ਇਹ ਬਹੁਤ ਜ਼ਰੂਰੀ ਹੈ। 1748 ਮੀਰ ਮੰਨੂ ਨਾਲ ਪਹਿਲੀ ਵੱਡੀ ਟੱਕਰ। ਫਿਰ 1752 ਪੰਜਾਬ ਤੇ ਅਬਦਾਲੀ ਦਾ ਕਬਜ਼ਾ। 1757 ਦਾ ਸਾਲ ਤਾਂ ਬਹੁਤ ਹੀ ਅਹਿਮ ਹੈ, ਜਦੋਂ ਦਿੱਲੀ ਤੇ ਕਬਜ਼ਾ ਹੋਇਆ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੋਈ। ਅਤੇ ਅੰਤ ਵਿੱਚ 1761 ਪਾਣੀਪਤ ਦੀ ਤੀਜੀ ਲੜਾਈ, ਜਿੱਥੋਂ ਅਫਗਾਨਾਂ ਦਾ ਹੇਠਾਂ ਡਿੱਗਣਾ ਸ਼ੁਰੂ ਹੋਇਆ। ਅੱਗੇ ਵਧਦੇ ਹਾਂ ਭਾਗ ਦੂਜੇ ਵੱਲ, ਦਲ ਖਾਲਸਾ ਦਾ ਜਨਮ। ਜਦੋਂ ਜਾਨ ਤੇ ਬਣੀ ਹੋਵੇ ਤਾਂ ਦਿਮਾਗ ਕਮਾਲ ਦੀਆਂ ਕਾਢਾਂ ਕੱਢਦਾ ਹੈ। ਨਿਰੰਤਰ ਬਚਾਅ ਦੀ ਇਸੇ ਲੋੜ ਨੇ ਇੱਕ ਬਹੁਤ ਹੀ ਸ਼ਾਨਦਾਰ ਸੰਯੁਕਤ ਫੌਜੀ ਕਮਾਨ ਨੂੰ ਜਨਮ ਦਿੱਤਾ। ਪਰ ਕਿਵੇਂ? ਇੱਥੇ ਇੱਕ ਹੋਰ ਅਹਿਮ ਸਵਾਲ ਬਣਦਾ ਹੈ। 65 ਜੀ ਹਾਂ, 65 ਵੱਖੋ ਵੱਖਰੇ ਅਤੇ ਆਜ਼ਾਦ ਹਥਿਆਰਬੰਦ ਧੜੇ ਇੱਕਦਮ ਇੱਕ ਮਜ਼ਬੂਤ ਕੇਂਦਰੀ ਤਾਕਤ ਵਿੱਚ ਕਿਵੇਂ ਬਦਲ ਗਏ? ਇਸ ਮਿਸਟਰੀ ਨੂੰ ਸੁਲਝਾਉਣ ਲਈ 1748 ਦੀਆਂ ਘਟਨਾਵਾਂ ਵੱਲ ਜਾਣਾ ਪਵੇਗਾ। ਹੋਇਆ ਇੰਜ ਕਿ 1748 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ। ਨਵਾਬ ਕਪੂਰ ਸਿੰਘ ਜੀ ਨੇ ਇਹਨਾਂ 65 ਵੱਖ-ਵੱਖ ਜਥਿਆਂ ਨੂੰ ਇਕੱਠਾ ਕਰਕੇ ਦਲ ਖਾਲਸਾ ਬਣਾ ਦਿੱਤਾ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪ੍ਰਧਾਨ ਸੈਨਾਪਤੀ ਥਾਪ ਦਿੱਤਾ ਗਿਆ। ਇੱਕ ਪਰਫੈਕਟ ਕੇਂਦਰੀ ਸੁਰੱਖਿਆ ਢਾਂਚਾ ਤਿਆਰ ਹੋ ਗਿਆ। ਭਾਗ ਤੀਜਾ, ਸਿੱਖ ਲੋਕਤੰਤਰੀ ਢਾਂਚਾ। ਵਿਦਿਆਰਥੀਆਂ ਲਈ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਕੋਈ ਆਮ ਤਾਨਾਸ਼ਾਹੀ ਫੌਜ ਨਹੀਂ ਸੀ। ਇਹ ਇੱਕ ਬਹੁਤ ਹੀ ਕਮਾਲ ਦੇ ਲੋਕਤੰਤਰੀ ਢਾਂਚੇ ਨਾਲ ਚੱਲਦੀ ਸੀ। ਇੱਕ ਰਾਜਨੀਤਿਕ ਇਤਿਹਾਸਕਾਰ ਹੋਣ ਦੇ ਨਾਤੇ ਇਹ ਸਵਾਲ ਪੁੱਛਣਾ ਬਣਦਾ ਹੈ ਕਿ 18ਵੀਂ ਸਦੀ ਦੇ ਇਸ ਸਿੱਖ ਲੋਕਤੰਤਰ ਦੇ ਸਹੀ ਨਿਯਮ ਕੀ ਸਨ? ਆਖਿਰ ਫੈਸਲੇ ਵਿਚਾਰੇ ਕਿਵੇਂ ਜਾਂਦੇ ਸਨ, ਪਾਸ ਕਿਵੇਂ ਹੁੰਦੇ ਸਨ ਤੇ ਲਾਗੂ ਕਿਵੇਂ ਹੁੰਦੇ ਸਨ? ਇਸ ਦਾ ਜਵਾਬ ਹੈ ਇੱਕ ਬਹੁਤ ਹੀ ਸਿੱਧਾ 3 ਪੜਾਵੀ ਸਿਸਟਮ। ਇਸ ਨੂੰ ਧਿਆਨ ਨਾਲ ਸਮਝਣਾ। ਸਭ ਤੋਂ ਪਹਿਲਾਂ ਸਰਬੱਤ ਖਾਲਸਾ ਯਾਨੀ ਸਾਰੀ ਕੌਮ ਇਕੱਠੀ ਹੋ ਕੇ ਵਿਚਾਰ ਵਟਾਂਦਰਾ ਕਰਦੀ ਸੀ। ਫਿਰ ਆਂਦਾ ਸੀ ਗੁਰਮਤਾ ਯਾਨੀ ਕਿ ਇੱਕ ਪੱਕਾ ਧਾਰਮਿਕ ਤੇ ਰਾਜਨੀਤਿਕ ਮਤਾ ਪਾਸ ਕਰਨਾ। ਔਰ ਅਖੀਰ ਵਿੱਚ ਦਲ ਖਾਲਸਾ ਫੌਜੀ ਤਾਕਤ ਬਣ ਕੇ ਉਸ ਫੈਸਲੇ ਨੂੰ ਮੈਦਾਨੇ ਜੰਗ ਵਿੱਚ ਲਾਗੂ ਕਰਦਾ ਸੀ। ਕਿੰਨਾ ਸ਼ਾਨਦਾਰ ਸਿਸਟਮ ਸੀ, ਹੈ ਨਾ? ਹੁਣ ਆਉਂਦੇ ਹਾਂ ਭਾਗ ਚੌਥੇ ਤੇ 12 ਸੁਤੰਤਰ ਮਿਸਲਾਂ। ਦਲ ਖਾਲਸਾ ਤਾਂ ਕੇਂਦਰ ਵਿੱਚ ਕੰਮ ਕਰਦਾ ਸੀ, ਪਰ ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਚਲਾਉਣ ਲਈ ਵੱਖ-ਵੱਖ ਰਿਆਸਤਾਂ ਬਣਾਈਆਂ ਗਈਆਂ, ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ। ਕੁੱਲ ਮਿਲਾ ਕੇ 12 ਮਿਸਲਾਂ ਸਨ, ਪਰ ਇਹਨਾਂ ਦੀ ਸਭ ਤੋਂ ਖਾਸ ਗੱਲ ਕੀ ਸੀ? ਮੁਕੰਮਲ ਬਰਾਬਰੀ, ਯਾਨੀ ਕਿ ਕੋਈ ਉੱਪਰ ਨਹੀਂ, ਕੋਈ ਹੇਠਾਂ ਨਹੀਂ, ਸਾਰੇ ਬਰਾਬਰ। ਇਮਤਿਹਾਨਾਂ ਵਿੱਚ ਇਹ ਸਮਾਨਤਾ ਦਾ ਸਿਧਾਂਤ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ। ਪਰ ਇੱਥੇ ਇੱਕ ਛੋਟਾ ਜਿਹਾ ਟਵਿਸਟ ਹੈ। ਸੂਬਾਈ ਇਮਤਿਹਾਨਾਂ ਵਿੱਚ ਇੱਕ ਉਲਝਾਉਣ ਵਾਲਾ ਸਵਾਲ ਬਹੁਤ ਆਉਂਦਾ ਹੈ। ਧਿਆਨ ਦੇਣਾ, ਫੁਲਕੀਆਂ ਮਿਸਲ ਇਕਲੌਤੀ ਅਜਿਹੀ ਮਿਸਲ ਸੀ ਜੋ ਦਲ ਖਾਲਸਾ ਦੇ ਕੇਂਦਰੀ ਢਾਂਚੇ ਤੋਂ ਬਾਹਰ ਸੀ। ਬਾਬਾ ਆਲਾ ਸਿੰਘ ਦੁਆਰਾ ਬਣਾਈ ਗਈ ਇਸ ਮਿਸਲ ਨੇ ਪਟਿਆਲਾ, ਨਾਭਾ ਅਤੇ ਜੀਂਦ ਵਰਗੇ ਇਲਾਕਿਆਂ ਵਿੱਚ ਬਿਲਕੁਲ ਸੁਤੰਤਰ ਰਿਆਸਤ ਵਜੋਂ ਰਾਜ ਕੀਤਾ। ਭਾਗ ਪੰਜਵਾਂ, ਪ੍ਰਮੁੱਖ ਮਿਸਲਾਂ ਦੀ ਤੁਲਨਾ।
ਹੁਣ ਜੇਕਰ ਇਮਤਿਹਾਨ ਪਾਸ ਕਰਨਾ ਹੈ ਤਾਂ ਇਹਨਾਂ ਮਿਸਲਾਂ ਨੂੰ ਆਪਸ ਵਿੱਚ ਕੰਪੇਅਰ ਕਰਨਾ ਆਉਣਾ ਹੀ ਚਾਹੀਦਾ ਹੈ। ਕੌਣ ਬਾਨੀ ਸੀ, ਕੌਣ ਲੀਡਰ ਸੀ ਤੇ ਇਲਾਕਾ ਕਿਹੜਾ ਸੀ। ਇਹ ਟੇਬਲ ਇਮਤਿਹਾਨਾਂ ਲਈ ਇੱਕ ਤਿਆਰ-ਬਰ-ਤਿਆਰ ਫਾਰਮੂਲੇ ਵਾਂਗ ਹੈ। ਇਸ ਨੂੰ ਦਿਮਾਗ ਵਿੱਚ ਛਾਪ ਲੈਣਾ ਹੈ। ਆਲੂ ਵਾਲੀਆ ਮਿਸਲ ਦਾ ਕੇਂਦਰ ਕਪੂਰਥਲਾ ਸੀ, ਜਦਕਿ ਉਸ ਵੇਲੇ ਦੀ ਸਭ ਤੋਂ ਤਾਕਤਵਰ ਭੰਗੀ ਮਿਸਲ ਦਾ ਪ੍ਰਭਾਵ ਲਾਹੌਰ ਤੇ ਅੰਮ੍ਰਿਤਸਰ ਤੇ ਸੀ। ਬਾਕੀ ਨਾਮ ਵੀ ਇਸੇ ਤਰ੍ਹਾਂ ਉਂਗਲਾਂ ਤੇ ਹੋਣੇ ਚਾਹੀਦੇ ਨੇ। ਇਹਨਾਂ ਮਿਸਲਾਂ ਦੀ ਫੌਜੀ ਕਿਲੇਬੰਦੀ ਦੇਖਣ ਵਾਲੀ ਸੀ। ਔਰ ਹਾਂ, ਇੱਕ ਬਹੁਤ ਹੀ ਜ਼ਬਰਦਸਤ ਫੈਕਟ ਨੋਟ ਕਰਨ ਵਾਲਾ ਹੈ। ਕਰੋੜ ਸਿੰਘੀਆ ਮਿਸਲ ਦੇ ਸਰਦਾਰ ਬਗੀਲ ਸਿੰਘ ਨੇ ਤਾਂ ਸਿੱਧਾ ਦਿੱਲੀ ਤੇ ਹੀ ਕਬਜ਼ਾ ਕਰ ਲਿਆ ਸੀ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਅਤੇ ਅੰਤ ਵਿੱਚ ਭਾਗ 6ਵਾਂ, ਬਚਾਅ ਤੋਂ ਸਾਮਰਾਜ ਤੱਕ। ਜਦੋਂ ਐਸੇ ਇਤਿਹਾਸ ਤੇ ਕੋਈ ਲੇਖ ਲਿਖਣ ਲਈ ਆਵੇ ਤਾਂ ਇਹ ਸਵਾਲ ਸਭ ਤੋਂ ਅਹਿਮ ਹੋ ਜਾਂਦਾ ਹੈ ਕਿ ਗੁਰੀਲਾ ਜੰਗਾਂ ਦੇ ਉਥਲ-ਪੁਥਲ ਵਾਲਾ ਦੌਰ ਆਖਿਰ ਇੱਕ ਵਿਸ਼ਾਲ ਸਾਮਰਾਜ ਵਿੱਚ ਕਿਵੇਂ ਬਦਲ ਗਿਆ। ਇਸ ਸਫ਼ਰ ਨੂੰ ਇੱਕ ਪੁਲ ਵਾਂਗ ਦੇਖੋ। ਅਬਦਾਲੀ ਦੇ ਹਮਲਿਆਂ ਨੇ ਬਚਾਅ ਦੀ ਲੜਾਈ ਸ਼ੁਰੂ ਕੀਤੀ। ਇਸ ਲੜਾਈ ਨੇ ਸੰਗਠਨ ਪੈਦਾ ਕੀਤੇ, ਯਾਨੀ ਕਿ ਮਿਸਲਾਂ ਬਣਾਈਆਂ, ਤੇ ਇਹੀ ਮਿਸਲਾਂ, ਖਾਸ ਕਰਕੇ ਸ਼ੁਕਰ ਚੱਕੀਆ ਮਿਸਲ, ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਉਸ ਵਿਸ਼ਾਲ ਤੇ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਨੀਂਹ ਬਣੀਆਂ। ਇਹ ਹੈ ਪੂਰਾ ਵਿਕਾਸ ਕਰਮ। ਅੱਜ ਦਾ ਇਹ ਅਧਿਐਨ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਖਤਮ ਹੁੰਦਾ ਹੈ। ਜ਼ਰਾ ਸੋਚੋ, ਕਿਵੇਂ ਪੂਰੀ ਤਰ੍ਹਾਂ ਗੁਰੀਲਾ ਲੜਾਈਆਂ ਵਿੱਚੋਂ ਨਿਕਲਿਆ ਇੱਕ ਬਿਖਰਿਆ ਹੋਇਆ ਢਾਂਚਾ ਆਖਰਕਾਰ ਇੱਕ ਏਕੀਕ੍ਰਿਤ ਤੇ ਮਹਾਨ ਸਾਮਰਾਜ ਦਾ ਨਕਸ਼ਾ ਖਿੱਚ ਦਿੰਦਾ ਹੈ। ਇਹ ਇਤਿਹਾਸ ਸਾਨੂੰ ਦੱਸਦਾ ਹੈ ਕਿ ਕਦੀ-ਕਦੀ ਬਗਾਵਤ ਅਤੇ ਸੰਘਰਸ਼ ਦੀ ਉਹ ਅੱਗ ਹੀ ਇੱਕ ਮਜ਼ਬੂਤ ਸਾਮਰਾਜ ਨੂੰ ਢਾਲਣ ਲਈ ਸਭ ਤੋਂ ਜ਼ਰੂਰੀ ਪੱਠੀ ਹੁੰਦੀ ਹੈ। ਇਸੇ ਵਿਚਾਰ ਨਾਲ ਅੱਜ ਦਾ ਇਹ ਇਤਿਹਾਸਿਕ ਵਿਸ਼ਲੇਸ਼ਣ ਇੱਥੇ ਹੀ